सत्कारयोग डॉक्टर जसपाल सिंह जी, डॉक्टर मल्ली जी, डॉक्टर सिन्हा जी, डॉक्टर वी.एन. झा, प्रोफैसर जोत सिंह जी ਅਤੇ ਸਾਰੀ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਕ ਬਹੁਤ ਮਹੱਤਵਪੂਰਨ ਵਿਸ਼ਾ ਡਿਗਨਿਟੀ ਆਫ ਲੇਬਰ ਜਾਂ ਕਿਰਤ ਦੀ ਕੀ ਮਹੱਤਤਾ ਹੈ, ਇਸ ਦੇ ਉੱਪਰ ਅਸੀਂ ਵਿਚਾਰ ਕਰ ਰਹੇ ਹਾਂ। ਇਸ ਵਿਸ਼ੇ ਦੇ ਉੱਪਰ ਮੈਂ ਕੁਝ ਹੀ ਵਿਚਾਰ ਸਾਂਝੇ ਕਰਾਂਗੀ ਆਪ ਜੀ ਦੇ ਨਾਲ, ਕਿਉਂਕਿ ਮੇਰੇ ਤੋਂ ਬਾਅਦ ਬਹੁਤ ਇੰਪੋਰਟੈਂਟ ਪ੍ਰਧਾਨਗੀ ਭਾਸ਼ਣ ਦੇਣਾ ਹੈ ਪ੍ਰੋਫੈਸਰ ਜਸਪਾਲ ਸਿੰਘ ਜੀ ਨੇ, ਇਸ ਕਰਕੇ ਮੈਂ ਆਪ ਜੀ ਦਾ ਜ਼ਿਆਦਾ ਟਾਈਮ ਨਹੀਂ ਲਵਾਂਗੀ। ਜਿਵੇਂ ਕਿ ਅਸੀਂ ਦੇਖਦੇ ਹਾਂ ਭਾਰਤ ਦੇ ਵਿੱਚ ਲੇਬਰ ਜਾਂ ਕਿਰਤ ਕਰਨੀ, ਇਸ ਨੂੰ ਹਮੇਸ਼ਾ ਹੀ ਨੀਚਾ ਜਾਣਿਆ ਗਿਆ ਹੈ। ਨੋਟ ਓਨਲੀ ਭਾਰਤ ਦੇ ਵਿੱਚ, ਜੇ ਅਸੀਂ ਗ੍ਰੀਕ ਟਾਈਮ ਤੋਂ ਦੇਖੀਏ ਤਾਂ ਉਦੋਂ ਵੀ ਜਿਹੜੇ ਆਰਟਿਜ਼ਨ ਸਨ ਜਾਂ ਕਰਾਫਟਸਮੈਨ ਸਨ, ਉਹਨਾਂ ਨੂੰ ਹਮੇਸ਼ਾ ਨੀਚਾ ਜਾਣਿਆ ਜਾਂਦਾ ਸੀ, ਅਤੇ ਫਿਲੋਸਫਰਸ ਜਾਂ ਜੋ ਇੰਟਲੈਕਚੁਅਲ ਕੰਮ ਕਰਦੇ ਹਨ ਉਹਨਾਂ ਨੂੰ ਉੱਚਾ ਸਮਝਿਆ ਜਾਂਦਾ ਸੀ। ਤਾਂ ਇਸ ਪ੍ਰਥਾ ਨੂੰ ਗੁਰੂ ਨਾਨਕ ਦੇਵ ਜੀ ਨੇ ਬਿਲਕੁਲ ਹੀ ਉਲਟ ਦੱਸਿਆ ਔਰ ਉਹਨਾਂ ਨੇ ਕਿਰਤ ਨੂੰ ਉੱਚਾ ਦੱਸਿਆ, ਉੱਚਾ ਦਰਸਾਇਆ। ਇਟ ਇਜ਼ ਨੋਟ ਕਿ ਹੀ ਗੇਵ ਇਕੁਅਲ ਸਟੇਟਸ ਟੂ ਲੇਬਰ, ਬਟ ਹੀ ਡਿਗਨੀਫਾਈਡ ਲੇਬਰ, ਹੀ ਗੇਵ ਐਨ ਇੰਪੋਰਟੈਂਟ ਸਟੇਟਸ ਟੂ ਲੇਬਰ। ਔਰ ਉਹਨਾਂ ਨੇ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਦੱਸਿਆ ਕਿ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਿ ਜੇ ਇਸ ਦੁਨੀਆ ਵਿੱਚ ਅਸੀਂ ਸੇਵਾ ਕਰਾਂਗੇ, ਸੱਚੀ ਸੁੱਚੀ ਕਿਰਤ ਕਰਾਂਗੇ, ਤਾਂ ਹੀ ਅਸੀਂ ਆਸ਼ਾ ਰੱਖ ਸਕਦੇ ਹਾਂ ਕਿ ਸਾਨੂੰ ਪਰਮਾਤਮਾ ਦੇ ਦਰਗਾਹ ਵਿੱਚ ਕੋਈ ਥਾਂ ਮਿਲੇਗੀ। ਤਾਂ ਹੱਥੀਂ ਕਿਰਤ ਕਰਨੀ, ਦਿਸ ਵਾਜ਼ ਗਿਵਨ ਐਨ ਐਬਸੋਲਿਊਟ ਇੰਪੋਰਟੈਂਸ ਇਨ ਗੁਰੂ ਨਾਨਕਸ ਫਿਲੋਸਫੀ। ਔਰ ਇਸ ਕਿਰਤ ਨੂੰ ਇੰਪੋਰਟੈਂਸ ਦਿੰਦੇ ਹੋਏ ਗੁਰੂ ਸਾਹਿਬ ਨੇ ਹੀ ਗੇਵ ਇਟ ਅ ਰਿਲੀਜੀਅਸ ਕੋਨੋਟੇਸ਼ਨ। ਕਿਰਤ ਕਰਨੀ ਔਰ ਸੇਵਾ, ਇਸ ਦਾ ਅੰਤਰ ਇਸ ਤਰ੍ਹਾਂ ਹੈ ਕਿ ਕਿਰਤ ਅਸੀਂ ਆਪਣੀ ਕਮਾਈ ਵਾਸਤੇ, ਆਪਣੇ ਰੁਜ਼ਗਾਰ ਵਾਸਤੇ ਕਰਦੇ ਹਾਂ, ਔਰ ਜਿਹੜੀ ਕਿਰਤ ਹੱਥੀਂ ਕੀਤੀ ਜਾਂਦੀ ਹੈ ਉਸ ਨੂੰ ਨੀਵਾਂ ਜਾਣਿਆ ਜਾਂਦਾ ਹੈ ਸਾਡੇ ਸਮਾਜ ਵਿੱਚ। ਨਾ ਮੈਂ ਕਹਿੰਦੀ ਜਾਣਿਆ ਜਾਂਦਾ ਹੈ, ਕਿਉਂਕਿ ਅੱਜ ਵੀ ਜੇ ਅਸੀਂ ਦੇਖੀਏ ਤਾਂ ਹੱਥੀਂ ਕਿਰਤ ਕਰਨ ਵਾਲੇ ਸਾਡੇ ਘਰਾਂ ਵਿੱਚ ਜਿਹੜੇ ਸਾਡੇ ਵਰਕਰਸ ਹਨ, ਐਂਡ ਇਨ ਫੈਕਟ ਟੂਵਰਡਸ ਦੀ ਐਂਡ ਮੈਂ ਗੱਲ ਕਰਾਂਗੀ ਵਰਕਰਸ ਕੀ, ਅਸੀਂ ਮਾਤਾਵਾਂ ਦਾ ਕੀ ਰੋਲ ਹੈ ਉਸ 'ਤੇ ਵੀ ਵਿਚਾਰ ਕਰਾਂਗੇ ਕਿ ਜੋ ਹੱਥੀਂ ਕਿਰਤ ਕਰਦੇ ਹਨ, ਵੀ ਡੂ ਨਾਟ ਗਿਵ ਐਨੀ ਇੰਪੋਰਟੈਂਸ ਟੂ ਦੈਮ। ਅਸੀਂ ਉਹਨਾਂ ਨੂੰ ਨੀਚਾ ਸਮਝਦੇ ਹਾਂ, ਅਸੀਂ ਸੋਚਦੇ ਹਾਂ ਕਿ ਦੇ ਡੂ ਨਾਟ ਡਿਜ਼ਰਵ ਦੀ ਇੰਪੋਰਟੈਂਸ। ਪਰ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੈ ਆਪ ਕਿਰਤ ਕਰਕੇ, ਖੇਤੀਬਾੜੀ ਗੁਰੂ ਸਾਹਿਬ ਨੇ ਆਪ ਕੀਤੀ, ਭਾਈ ਲਹਿਣਾ ਜੀ ਨੇ ਖੇਤਾਂ ਵਿੱਚ ਕੰਮ ਕੀਤਾ ਗੁਰੂ ਨਾਨਕ ਦੇਵ ਜੀ ਦੇ ਨਾਲ, ਚਿੱਕੜ ਵਿੱਚੋਂ ਕਟੋਰਾ ਕੱਢਿਆ, ਉਹਨਾਂ ਨੇ ਘਾਹ ਦੀਆਂ ਪੰਡਾਂ ਸਿਰ 'ਤੇ ਚੁੱਕੀਆਂ, ਔਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹਨਾਂ ਦੇ ਕੱਪੜਿਆਂ 'ਤੇ ਜੋ ਚਿੱਕੜ ਡਿੱਗਿਆ ਹੈ ਇਹ ਚਿੱਕੜ ਨਹੀਂ ਹੈ, ਇਹ ਕੇਸਰ ਹੈ। ਅਤੇ ਇਸ ਤੋਂ ਸਾਨੂੰ ਉਹਨਾਂ ਨੇ ਦੱਸਿਆ, ਗੁਰੂ ਸਾਹਿਬ ਨੇ, ਗੁਰੂ ਅਮਰਦਾਸ ਜੀ ਨੇ ਬਿਆਸ ਨਦੀ ਤੋਂ ਪਾਣੀ ਲਿਆਂਦਾ ਅਤੇ ਕਿਰਤ ਕਰਕੇ ਉਹਨਾਂ ਨੇ ਸਾਨੂੰ ਦੱਸਿਆ ਕਿ ਇਟ ਇਜ਼ ਨਾਟ ਸਮਥਿੰਗ ਵਿਚ ਇਜ਼ ਟੂ ਬੀ ਡੈਨੀਗ੍ਰੇਟਡ। ਇਹ ਕੋਈ ਨੀਵੀਂ ਚੀਜ਼ ਨਹੀਂ ਹੈ, ਰਾਦਰ ਗੁਰੂ ਘਰ ਦੇ ਵਿੱਚ ਜੋ ਕਿਰਤ ਕਰੇਗਾ ਉਹ ਹੀ ਉੱਚਾ ਜਾਣਿਆ ਜਾਏਗਾ। ਹੀ ਅਲੋਨ ਇਜ਼ ਵਰਦੀ ਆਫ ਐਨੀ ਇੰਪੋਰਟੈਂਸ। ਇਸੀ ਕਰਕੇ ਗੁਰੂ ਸਾਹਿਬ ਨੇ, ਜੋ ਭਾਈ ਲਹਿਣਾ ਜੀ, ਗੁਰੂ ਅਮਰਦਾਸ ਜੀ ਸਾਡੇ ਗੁਰੂ ਹੋਏ ਹਨ, ਉਹ ਵੀ ਕਿਰਤ ਕਰਦੇ ਸਨ, ਕਿਰਤੀ ਗੁਰੂ ਹੀ ਸਾਡੇ ਗੁਰੂ ਬਣੇ ਹਨ। ਸੋ ਦੇ ਹੈਵ ਪੁੱਟ ਦਿਸ ਪ੍ਰੋਫੈਸੀ ਇਨਟੂ ਪ੍ਰੈਕਟਿਸ। ਜੇ ਅਸੀਂ ਮਹਾਤਮਾ ਗਾਂਧੀ ਨੂੰ ਦੇਖੀਏ ਤਾਂ ਮਹਾਤਮਾ ਗਾਂਧੀ ਨੇ ਕਿਹਾ ਕਿ ਦ ਲੇਬਰ ਕਲਾਸ ਐਂਡ ਦ ਕੈਪੀਟਲਿਸਟ, ਇਹਨਾਂ ਦੋਨੋਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈ ਐਂਡ ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਬਟ ਗੁਰੂ ਸਾਹਿਬ ਨੇ ਇਹ ਨਹੀਂ ਦੱਸਿਆ ਕਿ ਵੀ ਨੀਡ ਟੂ ਓਨ ਦੈਟ ਵੀ ਨੀਡ ਵਨ ਅਨਦਰ। ਗੁਰੂ ਸਾਹਿਬ ਨੇ ਕਿਹਾ ਦ ਸੇਮ ਪਰਸਨ, ਉਹੀ ਬੰਦਾ ਕਿਰਤ ਕਰੇ, ਉਹੀ ਬੰਦਾ ਫਿਜ਼ੀਕਲ ਲੇਬਰ ਕਰੇ, ਉਹੀ ਬੰਦਾ ਸੇਵਾ ਕਰੇ, ਐਂਡ ਹੀ ਸ਼ੁੱਡ ਡੂ ਦ ਇੰਟਲੈਕਚੁਅਲ ਵਰਕ। ਜੇ ਅਸੀਂ ਦੇਖੀਏ ਦ ਰਿਲੀਜੀਅਸ ਇੰਪੋਰਟੈਂਸ ਦੈਟ ਗੁਰੂਜ਼ ਹੈਵ ਗਿਵਨ, ਉਹਨਾਂ ਨੇ ਸੇਵਾ ਦੀ ਪ੍ਰਥਾ ਚਲਾਈ, ਅਤੇ ਸੇਵਾ ਦੇ ਵਿੱਚ ਇਟ ਇਜ਼ ਨਾਟ ਡੂਇੰਗ ਕਿਰਤ ਫॉर ਗੈਟਿੰਗ ਮਨੀ, ਇਟ ਇਜ਼ ਸਰਵਿਸ, ਇਟ ਇਜ਼ ਸੇਵਾ ਫॉर ਸਰਵਿੰਗ ਹਿਊਮੈਨਿਟੀ। ਹੁਣ ਜਦੋਂ ਅਸੀਂ ਸੇਵਾ, ਮਨੁੱਖਤਾ ਦੀ ਸੇਵਾ ਕਰਾਂਗੇ ਤਾਂ ਹੀ ਸਾਨੂੰ ਗੁਰੂ ਘਰ ਦੇ ਵਿੱਚ ਕੋਈ ਸਥਾਨ ਮਿਲ ਸਕਦਾ ਹੈ। ਅਤੇ ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਸਾਡੇ ਵੱਡੇ ਵੱਡੇ ਇੰਟਲੈਕਚੁਅਲਸ, ਹਾਈਲੀ ਪਲੇਸਡ ਆਫਿਸਰਸ, ਚਾਹੇ ਵਾਈਸ ਚਾਂਸਲਰ ਹੋਣ, ਚਾਹੇ ਬ੍ਰਿਗੇਡੀਅਰਸ ਹੋਣ, ਚਾਹੇ ਜਨਰਲਸ ਹੋਣ, ਚਾਹੇ ਡਾਕਟਰਸ ਹੋਣ, ਜਿੱਥੇ ਮਰਜ਼ੀ ਉਹਨਾਂ ਦੀ ਪਲੇਸਮੈਂਟ ਹੋਵੇ, ਉਹ ਵੀ ਸਾਰੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਆਪਣੇ ਹੱਥੀਂ ਸੇਵਾ ਕਰਦੇ ਹਨ। ਔਰ ਅਸੀਂ ਜੇ ਕਿਤੇ ਹਰਿਮੰਦਰ ਸਾਹਿਬ ਜਾ ਕੇ ਦੇਖੀਏ ਜਾਂ ਆਪਣੇ ਲੋਕਲ ਗੁਰਦੁਆਰਿਆਂ ਵਿੱਚ ਦੇਖੀਏ ਤਾਂ ਸਾਡੇ ਜਨਰਲਸ, ਉਹਨਾਂ ਦੀਆਂ ਵਾਈਫਸ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਇਵਨ ਬਾਥਰੂਮਸ
वॉश बेसिन साफ करते दिखणगे, विच मीनस कि इवन ਸਕੈਵੈਂਜਿੰਗ, ਕਲੀਨਿੰਗ ਟੋਇਲਟਸ, ਜਿਸ ਨੂੰ ਅਸੀਂ ਨੀਚਾ ਜਾਣਦੇ ਹਾਂ, ਗੁਰੂ ਸਾਹਿਬ ਨੇ ਉਹਨਾਂ ਦੀ ਵੀ ਮਹੱਤਤਾ ਸਾਨੂੰ ਦਿਖਾਈ, ਕਿਉਂਕਿ ਜਿੰਨਾ ਅਸੀਂ ਭਾਂਡੇ ਮਾਂਜਾਂਗੇ, ਜਿੰਨੇ ਜੋੜੇ ਸਾਫ਼ ਕਰਾਂਗੇ, ਉਨਾ ਹੀ ਸਾਡਾ ਮਨ ਸਾਫ਼ ਹੋਏਗਾ, ਸਾਡੇ ਅੰਦਰ ਇੱਕ ਨਿਮਰਤਾ ਆਏਗੀ। ਐਂਡ ਜਦੋਂ ਮੈਂ ਆਪਣੇ ਆਪ ਨੂੰ ਦਾਸਨ ਦਾਸ ਸਮਝਾਂਗੀ, ਦੂਸਰਿਆਂ ਦਾ ਦਾਸ ਸਮਝਾਂਗਾ, ਤਾਂ ਹੀ ਮੈਂ ਗੁਰੂ ਘਰ ਦੇ ਵਿੱਚ ਜਾ ਸਕਾਂਗਾ। ਓਨਲੀ ਵੈਨ I want to enter Guru's house, it is possible only when I am a servant of the servants. Guru Sahib ने कहा, नीचा अंदर नीच जात, नीची हूँ अत नीच, नानक तिनकै संग साथ, वड्डियां स्यों क्या रीस। तो उन्होंने अपने आप ਨੂੰ ਕਿਹਾ ਕਿ ਮੈਂ ਨੀਚਾਂ ਦੇ ਅੰਦਰ, ਨੀਚਾਂ ਦੇ ਨਾਲ ਹੀ ਹਾਂ, ਔਰ ਖੁਦ ਸੇਵਾ ਕੀਤੀ। ਆਪ ਗੁਰੂ ਸਾਹਿਬ ਨੇ ਸੰਗਤਾਂ ਦੇ ਪੈਰ ਘੁੱਟੇ। ਹੁਣ ਅਸੀਂ ਦੇਖ ਲਈਏ ਕਿ ਫਿਜ਼ੀਕਲ ਲੇਬਰ ਵਿਚ ਇਜ਼ ਲੁੱਕ ਡਾਊਨ ਅਪੋਨ, ਗੁਰੂ ਸਾਹਿਬ ਨੇ ਫਿਜ਼ੀਕਲ ਲੇਬਰ ਨੂੰ ਸੇਵਾ ਦਾ ਰੂਪ ਦਿੱਤਾ ਔਰ ਦੱਸਿਆ ਕਿ ਜੇ ਅਸੀਂ ਸੇਵਾ ਕਰਾਂਗੇ ਵਿਦਾਊਟ ਇਵਨ ਗੈਟਿੰਗ ਐਨੀ ਮਨੀ ਫॉर ਇਟ, ਓਨਲੀ ਦੈਨ ਵੀ ਕੈਨ ਹੋਪ ਟੂ ਅਰਾਈਵ ਐਟ ਦ ਡੋਰ ਆਫ ਸੈਲਵੇਸ਼ਨ। ਹੁਣ ਇੱਕ ਛੋਟਾ ਜਿਹਾ ਪੁਆਇੰਟ ਕਰਕੇ ਮੈਂ ਆਪਣਾ ਸਮਾਪਤ ਕਰਾਂਗੀ। ਦੈਟ ਇਜ਼ ਵਾਟ ਇਜ਼ ਦ ਰੋਲ ਆਫ ਵਿਮਨ ਇਨ ਆਰ ਸੋਸਾਇਟੀ ਟੁਡੇ। ਅਸੀਂ ਸਾਰੇ ਕਹਿੰਦੇ ਹਾਂ ਕਿ ਵੀ ਨੀਡ ਟੂ ਅਪਲਿਫਟ ਦ ਮਾਸਸ, ਕਿ ਜਿਹੜੇ ਨੀਚੀ ਜਾਤ ਦੇ ਲੋਕੀ ਹਨ ਅਸੀਂ ਉਹਨਾਂ ਨੂੰ ਅਪਲਿਫਟ ਕਰੀਏ, ਲੇਕਿਨ ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਜੋ ਹੱਥੀਂ ਕੰਮ ਕਰਦੇ ਹਨ ਅਸੀਂ ਉਹਨਾਂ ਨੂੰ ਨੀਚਾ ਜਾਣਦੇ ਹਾਂ। ਹੁਣ ਆਪਣੇ ਘਰ ਵਿੱਚ ਦੇਖੀਏ, ਆਈ ਵਿਲ ਜਸਟ ਗਿਵ ਯੂ ਵਨ ਐਡਵਰਟਾਈਜ਼ਮੈਂਟ। ਇੱਕ ਕੰਪਨੀ ਨੇ ਐਡਵਰਟਾਈਜ਼ ਕੀਤਾ ਕਿ ਸਾਨੂੰ ਇੱਕ ਡਾਇਰੈਕਟਰ ਦੀ ਲੋੜ ਹੈ, ਅਤੇ ਉੱਥੇ ਇੱਕ ਲੇਡੀ TV ਤੇ ਇੰਟਰਵਿਊ ਲੈ ਰਹੀ ਹੈ, ਸੌਰੀ मतलब कंप्यूटर्स से इंटरव्यू लै रही है, जिसनों कहते हैं साइबर इंटरव्यूज़। तो सारे अपनी अपनी जगह पर बैठे, उन्होंने इंटरव्यू हो रहा, तो वो रिक्वायरमेंट्स दस रही है। कहती मैंने इहो जिहा डायरैक्टर चाहिए जो 24 घंटे अवेलेबल होवे, इहो जिहा डायरैक्टर चाहिए है जो अपने भुख की परवाह ना करके अपने थल्ले जिहड़े लोकी हैं उन्हां दी भुख की परवाह करे। ऐसा डायरैक्टर चाहिए जो रोटी बनाना जाने। रोटी जे रोटी अवेलेबल ना होवे तो अपने वर्कर्स, अपने थले जो बंदे हैं उन्होंने रोटी बना के देवे। ऐसा बंदा चाहिए जो कदे छुट्टी ना मंगे। सैलरी की होएगी, लोगों ने पूछा, कहते नो सैलरी। सारे हैरान हो गए, नो सैलरी ये किस तरह हो सकता है? तो अगों उसने क्या, देर आर पीपल डूइंग दिस वर्क। हैरान हो गए भी देर आर पीपल डूइंग दिस वर्क 24 आवर्स विद नो लीव, नो हॉलीडे, पुटिंग अदर्स बिफोर वन सेल्फ। हू इज़ दिस? तो उन्हें अगों कहा, तुहाडी माँ। लुक एट योर ओन मदर्स। असीं किन्नी छुट्टी दिंदे हां माता नूं। एंड द सेम रोल इज़ बीइंग प्लेड बाय द सिस्टर्स इन आवर फैमिली। हुण ये क्यों असीं इन्हां नूं, डू वी गिव दम द ईक्वल स्टेटस? मैं पूछना चाहनी हाँ कि अज साडे समाज विच की बीबियां नूं ईक्वल स्टेटस दिता जांदा है? डू वी रैकगनाइज द लेबर ऑफ वुमन? बिल्कुल नहीं करते। असीं उन्हां नूं एक पैसा नहीं देण नूं तैयार होंदे। कैरल गिलिगन सैज कि जे असी डिगनिटी ऑफ लेबर की गल करनी है, जे असी इक्वल स्टेटस वूमन नूं देना है, तो बंदे की जड़ी तनख्वाह है अद्धी औरत नूं देनी चाहिए है। हुण असी अद्धी छड्डो, पार्ट ऑफ द सैलरी भी नहीं देंदे, और जे किते उसने अपने पेके घर ते खर्चा कर दिता फिर तो पुछो ना। अपने ऊपर करता फिर भी एक्सैप्टेबल है, लेकिन पेके घर ते वो मतलब कि अपने माता पिता तो अलग होई तो शी हैज़ नो कनैक्शन विद हर पेरेंट्स। नाउ व्हाट इज़ द स्टेटस ऑफ अ वुमन हू इज़ वर्किंग फॉर अस? साडी सोसाइटी दे विच जो सानू देखभाल करता, जो साडी देखभाल करता, जो साडी सेवा करता है, जो अपना तन मन धन दे के सानू संभालता है, द लेबर क्लास, मदर, सिस्टर, असी उन्हां दी लेबर नूं बिल्कुल डिग्नीफाइड नहीं समझते, एंड वी लुक डाउन अपॉन सच लेबर। वी नीड टू चेंज आर एटीट्यूड, एंड सानू जरूरत है कि साडे जड़े जो सेवा करते हैं उन्हां नूं असी अपने तो उच्चा समझिए। गुरु नानक देव जी ने कहा, सो क्यों मंदा आखिए जित जमै राजान। तो वो माता जड़ी सानू पालदी है, पोसदी है, जड़ी सानू जमदी है, उसका स्टेटस गुरु नानक देव जी ने उच्चा जानिया, बिकॉज शी इज़ डूइंग लेबर फॉर अस। साडा स्कैवेंजिंग, सारा क्लीनिंग का पूरा काम एक माँ करती है। उसे माता नूं गुरु नानक देव जी ने उच्चा जानिया, एंड द सेम लेबर इन आर सोसाइटी वी नीड टू डिग्नीफाई दैम। वाहिगुरू जी का खालसा, वाहिगुरू जी की फतेह।